ਇਲੈਕਸ਼ਨਾਂ 'ਚ ਖੜੇ ਹੋਏ ਸੀ। ਪਾਪਾ ਦੇ ਨਾਲ ਮਿਲ ਕੇ ਹੀ ਹੱਥ ਨਾਲ ਹੱਥ ਮਿਲਾ ਕੇ, ਮੇਰੀ ਮੰਮੀ ਦਾ ਵੀ ਪੂਰਾ ਸਹਿਯੋਗ ਸੀ ਵੀ ਇਹ ਨਾਲ ਮਿਲ ਕੇ ਹਮੇਸ਼ਾ ਕੰਮ ਕਰਦੇ ਰਹੇ ਆ ਜੀ। मौका मिलना चाहिए। ठीक है। अपील करना चाहूँगी कि रजिंदर कौर पायल जी ਨੂੰ ਵੋਟ ਕੀਤੀ ਜਾਵੇ। ਡੋਰ ਟੂ ਡੋਰ ਕੰਪੇਨ ਕਰਨ ਵਾਸਤੇ ਨਿਕਲੇ ਆ ਕਿ ਲੋਕਾਂ ਦਾ ਭਰਪੂਰ ਸਾਥ ਮਿਲਿਆ। ਰਜਿੰਦਰ ਕੌਰ ਪਾਇਲ ਨੇ ਤੇ ਇਹ ਆਪਣੇ ਸਾਡੇ ਵਾਰਡ ਨੰਬਰ 43 ਤੋਂ ਆਜ਼ਾਦ ਉਮੀਦਵਾਰ ਤੋਂ ਖੜੇ ਹੋਏ ਨੇ ਤੇ ਅਸੀਂ ਪੂਰੀ ਸਾਰਿਆਂ ਨੂੰ ਬੇਨਤੀ ਕਰਦੇ ਵੀ ਸਾਨੂੰ ਸਪੋਰਟ ਕੀਤੀ ਜਾਵੇ। ਜਿਹੜੇ ਲੋਕਾਂ ਕੋਲ ਜਾ ਰਹੇ ਹੈ ਉਹਨਾਂ ਦੇ ਕੀਤਾ ਕੰਮਾਂ ਦਾ ਲੋਕਾਂ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ। ਪਰ ਇਹ ਕਹਿਣਾ ਚਾਹੁੰਦਾ ਜੀ, ਦੇਖੋ ਜੀ ਸਾਡੇ ਵੱਲੋਂ ਪੂਰੀ ਸਪੋਰਟ ਹੈ, ਠੀਕ ਹੈ। ਲੋਕ ਸਾਨੂੰ ਬਸ ਇੱਕ ਮੌਕਾ ਚਾਹੀਦਾ ਜੀ, ਠੀਕ ਹੈ। ਬੰਦਾ ਮੌਕੇ ਦਾ ਭੁੱਖਾ ਹੁੰਦਾ, ਸਾਨੂੰ ਇੱਕ ਮੌਕਾ ਚਾਹੀਦਾ। चौहान टीवी देख रहे सारे ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਜਸ਼ਨਜੀਤ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਵੀ ਦੋਸਤੋ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਨਗਰ ਪਾਲਿਕਾ ਦੀਆਂ ਚੋਣਾਂ ਆ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਹਰ ਲੇਡੀਜ਼ ਕੀ ਜੈਂਟਸ ਕੀ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਨੇ। ਸੋ ਅੱਜ ਅਸੀਂ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗੀ ਸ਼੍ਰੀ ਰਜਿੰਦਰ ਗੁੱਡੂ ਜੀ, ਉਹਨਾਂ ਦੀ ਧਰਮ ਪਤਨੀ ਮੈਡਮ ਪ੍ਰਿੰਸੀਪਲ ਰਜਿੰਦਰ ਪਾਇਲ ਜੀ ਕੋਲ ਆਓ ਉਹਨਾਂ ਨਾਲ ਗੱਲਬਾਤ ਕਰੀਏ। ਸੋ ਮੈਡਮ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਦੱਸੋ ਜੀ ਸਾਨੂੰ ਗੁੱਡੂ ਜੀ ਬਾਰੇ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ? ਜਿਵੇਂ ਕਿ ਸਾਰੀ ਟੋਟਲੀ ਇਲਾਕਾ ਤੱਕ ਹੀ ਮੇਰੇ ਖਿਆਲ ਸਾਰਾ ਪੰਜਾਬ ਜਾਂ ਪੂਰਾ ਬਠਿੰਡਾ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਉਹ ਇੱਕ ਬੇहद ਮਿਲਨਸਾਰ, ਇਮਾਨਦਾਰ ਤੇ ਇੱਕ ਬਹੁਪੱਖੀ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਸਾਰੀ ਤਰਫੋਂ ਇੱਕ ਮੰਜੇ ਹੋਏ ਬਹੁਤ ਹੀ ਅੱਛੇ ਸ਼ਖਸੀਅਤ ਦੇ ਮਾਲਕ ਸੀਗੇ ਉਹ। ਤੇ ਲੋਕਾਂ ਨਾਲ ਉਹਨਾਂ ਦਾ ਵਤੀਰਾ ਇਸ ਤਰ੍ਹਾਂ ਦਾ ਸੀ ਵੀ ਅਗਰ ਕਿਸੇ ਬੱਚੇ ਤੱਕ ਨੂੰ ਸਵਾਲ ਕਰਕੇ ਕਦੀ ਪੁੱਛ ਲਓ ਕਿ ਰਜਿੰਦਰ ਗੁੱਡੂ ਕਿਸ ਤਰ੍ਹਾਂ ਦੇ ਸੀ, ਉਹ ਵੀ ਤੁਹਾਨੂੰ ਉਸ ਗੱਲ ਦਾ ਉੱਤਰ ਦੇਗਾ ਵੀ ਉਹ ਕਿਸ ਤਰ੍ਹਾਂ ਦੇ ਸੀ। ਕਦੀ ਵੀ ਸਾਡੇ ਘਰੇ ਕਦੀ ਵੀ ਕਿਸੇ ਨੇ ਵੀ ਮਦਦ ਮੰਗਣ ਲਈ ਜਦ ਵੀ ਕਦੀ ਕੋਈ ਆਇਆ ਤੇ ਹਮੇਸ਼ਾ ਇੱਥੇ ਤੱਕ ਕਿ ਖਾਣਾ ਖਾਂਦੇ ਵੀ ਉੱਠ ਕੇ ਉਸੇ ਟਾਈਮ ਚਲੇ ਜਾਂਦੇ ਵੀ ਨਹੀਂ ਮੇਰੇ ਕੋਲ ਪਤਾ ਨਹੀਂ ਅਗਲਾ ਕਿਸ ਤਰ੍ਹਾਂ ਕਿਸ ਮੁਸੀਬਤ ਵਿੱਚ ਆਇਆ। ਮਤਲਬ ਉਹਨਾਂ ਦਾ ਇਸ ਤਰ੍ਹਾਂ ਦਾ ਉਹਨਾਂ ਦਾ ਸ਼ਖਸੀਅਤ ਸੀ ਉਹਨਾਂ ਦੀ ਜੀ। ਸਾਰਿਆਂ ਨਾਲ ਬਹੁਤ ਹਰ ਵੇਲੇ ਕੰਮ ਆਉਣ ਵਾਲੇ ਸੀ। ਹਰ ਵਕਤ ਉਹ ਸਾਰਿਆਂ ਦੀ ਮਦਦ ਲਈ ਤਿਆਰ ਰਹਿੰਦੇ ਸੀ ਹਰ ਵਕਤ। ਠੀਕ ਹੈ। ਅੱਛਾ, ਤੁਸੀਂ ਰਾਜਨੀਤਿਕ ਦੇ ਵਿੱਚ ਤੁਹਾਨੂੰ ਵੀ ਕਿੰਨਾ ਚਿਰ ਹੋ ਗਿਆ ਜਾਂ ਪਹਿਲੀ ਵਾਰ ਆਏ ਤੁਸੀਂ? ਨਹੀਂ ਜੀ, ਮੈਂ ਇਸ ਤੋਂ ਪਹਿਲਾਂ CPI 'ਚ ਕੰਮ ਕੀਤਾ ਜੀ, ਉਹਨਾਂ ਦੀ ਲੇਡੀਜ਼ ਵਿੰਗ ਦੇ ਵਿੱਚ ਕੰਮ ਕੀਤਾ, ਗੁੱਡੂ ਜੀ ਨਾਲ ਹੀ ਕੀਤਾ ਸੀ ਕੰਮ। ਉਸ ਤੋਂ ਬਾਅਦ ਅਸੀਂ ਅਕਾਲੀ ਪਾਰਟੀ ਜੁਆਇਨ ਕੀਤੀ ਔਰ ਮੈਂ ਅਕਾਲੀ ਪਾਰਟੀ ਦੀ 97 ਵਿੱਚ ਇਲੈਕਸ਼ਨ ਲੜੀ ਸੀ। ਇਸੇ ਤਰ੍ਹਾਂ ਦਾ MC ਦੀ ਇਲੈਕਸ਼ਨ ਲੜੀ ਸੀ। ਉਹਦੇ ਵਿੱਚ ਕੁਝ ਵੋਟਾਂ ਦੇ ਵਿੱਚੋਂ ਸਾਡੀ ਹਾਰ ਹੋ ਗਈ ਸੀਗੀ ਤੇ ਮੈਨੂੰ ਤਕਰੀਬਨ 30 ਸਾਲ ਹੋ ਗਏ ਰਾਜਨੀਤੀ ਦੇ ਵਿੱਚ ਆਏ ਸੀ ਉਹਨਾਂ ਦੇ ਨਾਲ ਹੀ ਜੀ। ਤੇ ਐਤਕੀ ਤੁਸੀਂ ਕੀ ਸੋਚ ਕੇ ਆਜ਼ਾਦ ਉਮੀਦਵਾਰ ਖੜੇ ਹੋਏ ਹੋ? ਆਜ਼ਾਦ ਉਮੀਦਵਾਰ ਅਸੀਂ ਸਾਡਾ ਜਿਹੜਾ ਪੂਰਾ ਪਰਿਵਾਰ ਹੈ, ਜਿਵੇਂ ਕਿ ਸਭ ਨੂੰ ਪਤਾ ਵੀ ਜਦ ਵੀ ਕੋਈ ਇੱਕ ਵਿਅਕਤੀ ਕਿਸੇ ਵੀ ਪਾਰਟੀ ਲਈ ਜਾਂ ਰਾਜਨੀਤੀ ਦੇ ਵਿੱਚ ਕੰਮ ਕਰਦਾ ਹੈ, ਉਹ ਇਕੱਲਾ ਨਹੀਂ ਕਰਦਾ, ਪੂਰਾ ਪਰਿਵਾਰ ਕੰਮ ਕਰਦਾ ਹੈ। ਚਾਹੇ ਉਹਦੇ ਭੈਣ ਭਰਾ ਹੋਣ, ਚਾਹੇ ਉਹਨਾਂ ਦੇ ਬੱਚੇ ਹੋਣ, ਚਾਹੇ ਉਹਨਾਂ ਦੀ ਮਿਸਿਸ ਹੋਵੇ। ਤੇ ਅਸੀਂ ਇसी ਪਰੰਪਰਾ ਨੂੰ ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਸ਼ਾਇਦ ਬਹੁਤ ਕਮ ਲੋਕਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਗੁੱਡੂ ਜੀ ਦੇ ਜਿਹੜੇ ਫਾਦਰ ਸੀ ਉਹ ਆਪਣੇ ਟਾਈਮ ਦੇ ਬਹੁਤ ਵੱਡੇ ਲੀਡਰ ਸੀ, ਟ੍ਰੇਡ ਯੂਨੀਅਨ ਲੀਡਰ ਸੀਗੇ ਸ਼੍ਰੀ ਸੁਖਲਾਲ ਜੀ। ਤੇ ਖੁਦ ਸ਼੍ਰੀ ਸੁਖਲਾਲ ਜੀ ਦੇ ਫਾਦਰ ਸਾਹਿਬ ਸੀਗੇ ਸ਼੍ਰੀ ਸਾਂਵਲੀਆ ਰਾਮ ਜੀ, ਉਹ ਵੀ ਬਹੁਤ ਵੱਡੇ ਲੀਡਰ ਰਹੇ ਆਪਣੇ ਟਾਈਮ ਤੇ ਔਰ ਬਹੁਤ ਲੋਕਾਂ ਦਾ ਭਲਾ ਕਰਦੇ ਸੀ। ਬਹੁਤ ਜ਼ਿਆਦਾ ਉਹਨਾਂ ਨੂੰ ਮੰਨਿਆ ਜਾਂਦਾ ਸੀ ਪੂਰੇ ਬਠਿੰਡੇ ਵਿੱਚ। ਉਸ ਤੋਂ ਬਾਅਦ ਮੇਰੇ ਫਾਦਰ ਇਨ ਲਾ ਸ਼੍ਰੀ ਸੁਖਲਾਲ ਜੀ ਉਹ ਆਏ, ਉਹਨਾਂ ਨੇ ਉਸ ਪਰੰਪਰਾ ਨੂੰ ਨਿਭਾਇਆ। ਉਸ ਤੋਂ ਬਾਅਦ ਗੁੱਡੂ ਜੀ ਨੇ ਇਸ ਪਰੰਪਰਾ ਨੂੰ ਨਿਭਾਉਂਦੇ ਰਹੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਖੁਦ ਸਾਡਾ ਫਰਜ਼ ਬਣ ਜਾਂਦਾ ਸੀ ਕਿ ਜੋ ਉਹ ਆਪਣੇ ਕੰਮ ਅਧੂਰੇ ਛੱਡ ਗਏ ਨੇ ਜਾਂ ਜਿਸ ਤਰ੍ਹਾਂ ਦੀ ਉਹਨਾਂ ਨੇ ਪਰੰਪਰਾਵਾਂ ਸ਼ੁਰੂ ਕੀਤੀਆਂ ਉਹਨਾਂ ਨੂੰ ਅਸੀਂ ਕਾਇਮ ਰੱਖੀਏ ਤੇ ਉਹਨਾਂ ਨੂੰ ਅੱਗੇ, ਚਾਹੇ ਉਹ ਲੋਕਾਂ ਦੀ ਮਦਦ ਹੈ, ਚਾਹੇ ਉਹ ਰਾਜਨੀਤੀ ਹੈ, ਚਾਹੇ ਉਹ ਕਿਸੇ ਤਰ੍ਹਾਂ। ਹੁਣ ਉਹਨਾਂ ਦੇ ਛੋਟੇ ਬ੍ਰਦਰ ਹੈ, ਬਾਕੀ ਤਾਂ ਚਲੋ ਜੌਬ ਕਰਦੇ ਆ, ਸਾਡੇ ਪਵਨਪ੍ਰੀਤ ਜੀ ਹੈ ਤੇ ਉਹ ਖੁਦ ਇਸ ਲਾਈਨ ਵਿੱਚ ਜਿਹੜੇ ਪਵਨ ਹੈ ਉਹ ਇਸ ਲਾਈਨ ਵਿੱਚ ਕਾਫੀ ਕੰਮ ਕਰ ਰਹੇ ਨੇ। ਉਹਨਾਂ ਨੇ ਭਾਵਾ 10ਵੀਂ ਜੁਆਇਨ ਕੀਤੀ ਹੋਈ ਹੈ ਤੇ ਅੱਗੇ ਸਾਡੀ ਵੀ ਇਹੋ ਮਨ 'ਚ ਵੀ ਹੈ ਵੀ ਗੁੱਡੂ ਜੀ ਤੋਂ ਬਾਅਦ ਐਜ਼ ਜੈਂਟਸ ਦੇ ਤੌਰ ਤੇ ਪਵਨਪ੍ਰੀਤ ਵੀ ਅੱਗੇ ਆਵੇ ਤੇ ਉਹ ਕੰਮ ਕਰੇ। ਤੇ ਇਹ ਸਾਡੇ ਇੱਕ ਪਰਿਵਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ ਜੀ, ਇਹ ਹੁਣ ਦਾ ਇਤਿਹਾਸ ਨਹੀਂ ਹੈ ਜੀ। ਗੁੱਡੂ ਜੀ ਤੋਂ ਨਹੀਂ, ਖੁਦ ਮੇਰੇ ਫਾਦਰ ਨੇ ਲਾ ਤੋਂ ਅੱਗੇ ਉਹਨਾਂ ਦੇ ਪਿਤਾ ਜੀ ਤੋਂ ਇਹ ਪਰੰਪਰਾ ਸ਼ੁਰੂ ਹੋਈ ਹੈ। ਠੀਕ ਹੈ। ਹੁਣ ਗੁੱਡੂ ਜੀ ਆਜ਼ਾਦ ਵਿੱਚ ਕੀ ਚੱਲ ਰਿਹਾ ਹੈ?
ਹੁਣ ਗੁੱਡੂ ਜੀ ਦੀ ਯਾਦ ਵਿੱਚ ਅਸੀਂ ਰਜਿੰਦਰ ਗੁੱਡੂ ਯਾਦਗਾਰੀ ਚੇਤਨਾ ਮੰਚ ਦੀ ਸਥਾਪਨਾ ਕੀਤੀ ਹੋਈ ਹੈ ਜੀ, ਜਿਹਨੂੰ ਅਸੀਂ ਇੱਕ ਬਹੁਤ ਵੱਡੇ ਪੈਮਾਨੇ ਤੇ ਅੱਗੇ ਜਾ ਕੇ ਉਹਨੂੰ ਲਾਂਚ ਕਰਾਂਗੇ। ਅਸੀਂ ਉਹ ਮੰਚ ਇੱਕ ਬਣਾਇਆ ਹੋਇਆ, ਹਲੇ ਉਸ ਮੰਚ ਦਾ ਅਸੀਂ ਵਿਸਥਾਰ ਨਹੀਂ ਕੀਤਾ। ਪਵਨਪ੍ਰੀਤ ਜੀ ਉਹਨੂੰ ਮੰਚ ਨੂੰ ਦੇਖ ਰਹੇ। ਵੈਸੇ ਸਾਡੀ ਇੱਕ ਦਿਲ ਦੀ ਇੱਛਾ ਹੈ ਕਿ ਅਸੀਂ ਇਸ ਮੰਚ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਈਏ। ਠੀਕ ਹੈ ਜੀ। ਸੋ ਹੁਣ ਆਪਾਂ ਗੱਲ ਕਰੀਏ ਵੀ ਜਿਸ ਦਾ ਸਕੂਲ ਆ ਜਿਹੜਾ ਇਹ ਕਦੋਂ ਦਾ ਚੱਲ ਰਿਹਾ ਤੁਹਾਡਾ? ਇਹ ਸਕੂਲ ਜੀ ਸਨ 1980 ਵਿੱਚ ਸ਼ੁਰੂ ਕੀਤਾ ਸੀ ਗੁੱਡੂ ਜੀ ਨੇ, ਤੇ ਇਸ ਸਕੂਲ ਵਿੱਚ ਮੈਂ ਸਨ 87 ਦੇ ਵਿੱਚ ਆਈ ਸੀ ਤੇ ਉਸ ਸਮੇਂ ਮੈਂ ਐਜੂਕੇਸ਼ਨ ਲਈ ਰਹੀ ਸੀ ਆਪਣੀ। ਦਿੱਲੀ ਤੋਂ ਟ੍ਰਾਂਸਫਰ ਹੋ ਕੇ ਆਏ ਸੀ, ਮੇਰੇ ਪਿਤਾ ਜੀ ਰੇਲਵੇ EMPLOYE ਹੁੰਦੇ ਸੀਗੇ, ਫਿਰ ਦਿੱਲੀ ਤੋਂ ਟ੍ਰਾਂਸਫਰ ਹੋ ਕੇ ਆਏ ਸੀ ਤੇ 87 ਚ ਮੈਂ ਸਕੂਲ ਨੂੰ ਜੁਆਇਨ ਕੀਤਾ ਸੀ। ਨਾਲ ਹੀ ਮੈਂ ਆਪਣੀ ਐਜੂਕੇਸ਼ਨ ਲਿੱਤੀ ਨਾਲ ਦੀ ਨਾਲ। ਮਤਲਬ ਮੇਰੀ ਅਬਵ 16 ਉਮਰ 16 ਸਾਲ ਦੀ ਉਮਰ ਰਹੀ ਹੋਗੀ ਉਸ ਟਾਈਮ ਜਦੋਂ ਮੈਂ ਸਕੂਲ 'ਚ ਆਈ ਹਾਂ, ਤੇ ਨਾਲ ਹੀ ਮੈਂ ਐਜੂਕੇਸ਼ਨ ਵੀ ਲਿੱਤੀ, ਨਾਲ ਹੀ ਅਸੀਂ ਸਕੂਲ ਰਨ ਕਰਦੇ ਰਹੇ। ਇੱਕ ਟਾਈਮ ਐਸਾ ਆਇਆ ਸੀ ਵੀ ਇਹ ਸਕੂਲ 'ਚ ਅਸੀਂ 1000 ਸਾਡੇ ਕੋਲ ਬੱਚੇ ਹੁੰਦੇ ਸੀ ਤੇ 40 ਦੇ ਕਰੀਬ ਸਾਡੇ ਕੋਲ ਟੀਚਰਸ ਹੁੰਦੇ ਸੀ। ਬਹੁਤ ਲਾਰਜ ਸਕੇਲ ਤੇ ਅਸੀਂ ਸਕੂਲ ਨੂੰ ਚਲਾਇਆ ਜੀ ਸੀ, ਤੇ ਸਿਰਫ ਗਰੀਬ ਬੱਚਿਆਂ ਦੇ ਖਾਸ ਕਰਕੇ, ਕਿਉਂਕਿ ਗੁੱਡੂ ਜੀ ਦੇ ਫਾਦਰ ਸਾਹਿਬ ਸ਼੍ਰੀ ਸੁਖਲਾਲ ਜੀ ਸੀ ਜਿਹੜੇ, ਉਹ ਕਾਮਰੇਡ ਰਹੇ ਸੀ ਸ਼ੁਰੂ ਤੋਂ, ਤੇ ਗੁੱਡੂ ਜੀ ਉਸੇ ਲਾਈਨ 'ਚ ਸੀ, ਤੇ ਸਿਰਫ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ, ਉਹਨਾਂ ਦੇ ਅੱਗੇ ਬਿਹਤਰ ਫਿਊਚਰ ਵਾਸਤੇ ਇਸ ਸਕੂਲ ਦੀ ਸਥਾਪਨਾ ਕੀਤੀ ਗਈ ਸੀ, ਤੇ ਇਹਦਾ ਨਾਮ ਵੀ ਅਸੀਂ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਰੱਖਿਆ ਸੀ। ਠੀਕ ਹੈ ਜੀ। ਸਰ ਜਾਂਦੇ ਆਪਣੇ ਵੋਟਰਾਂ ਨੂੰ ਕੋਈ ਆਪਣੇ 43 ਨੰਬਰ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ? ਹਾਂਜੀ, ਮੇਰੀ ਸਿਰਫ ਇੱਕ ਵੋਟਰਾਂ ਨੂੰ ਹੈ ਵੀ ਇੱਕ ਤੁਹਾਡੇ ਦਿਲ ਦੀ ਆਵਾਜ਼, ਜੋ ਤੁਹਾਡਾ ਮਨ ਕਹੇ ਤੁਸੀਂ ਉਸ ਨੂੰ ਮੰਨੋ। ਸਾਰੀ ਉਮਰ ਗੁੱਡੂ ਜੀ ਨੇ ਤੁਹਾਡਾ ਸਾਥ ਦਿੱਤਾ, ਉਹਨਾਂ ਦੇ ਪਿਤਾ ਜੀ ਸੀ, ਉਹਨਾਂ ਨੇ ਸਾਥ ਦਿੱਤਾ। ਇਸ ਵਾਰ ਮੈਨੂੰ ਖਾਸ ਕਰਕੇ ਮੇਰੇ ਪਰਿਵਾਰ ਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ। ਤੁਸੀਂ ਇੱਕ ਵਾਰ ਸਾਨੂੰ ਉਸ ਮੁਕਾਮ ਤੇ ਲਿਆ ਕੇ ਦੇਖੋ, ਤੇ ਅਸੀਂ ਅਗਰ ਤੁਹਾਡੇ ਜਿਹੜੇ ਜ਼ਰੂਰਤਾਂ ਉਹਨਾਂ ਤੇ ਪੂਰਾ ਨਾ ਕਰੀਏ, ਫਿਰ ਮਤਲਬ ਵੀ ਕੋਈ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਪਰ ਇੱਕ ਵਾਰ ਅਸੀਂ ਤੁਹਾਡੇ ਨਾਲ ਬੇਨਤੀ ਕਰਾਂਗੇ, ਪੂਰੇ ਮੇਰੇ ਵਾਰਡ ਦੇ ਵੋਟਰ, ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਇੱਕ ਵਾਰ ਸਾਨੂੰ ਜ਼ਰੂਰ ਮੌਕਾ ਦਿੱਤਾ ਜਾਏ ਤਾਂ ਕਿ ਅਸੀਂ ਲੋਕਾਂ ਦੀ ਜਿਹੜੀ ਮਦਦ ਕਰ ਸਕੀਏ, ਲੋਕਾਂ ਦੇ ਸਹਿਯੋਗ ਦੇ ਸਕੀਏ ਲੋਕਾਂ ਨੂੰ। ਸਰ ਥੈਂਕ ਯੂ ਮੈਡਮ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੂੰ ਜੀ ਜਦੋਂ ਸਾਰਿਆਂ ਨੂੰ ਪਤਾ ਹੈਗਾ ਵੀ ਪਹਿਲਾਂ ਤਾਂ ਇੱਕ ਐਮਸੀ ਦਾ ਜਿਵੇਂ ਕਿ ਕੋਈ ਵੀ ਜਿਵੇਂ ਕਿ ਕੰਮ ਨਹੀਂ ਕਰਾਉਂਦਾ ਗਿਆ ਸੀਗਾ, ਤੇ ਸਾਡੇ ਹੁਣ ਜੋ ਰਜਿੰਦਰ ਕੌਰ ਪਾਇਲ ਨੇ, ਤੇ ਇਹ ਆਪਣੇ ਸਾਡੇ ਵਾਰਡ ਨੰਬਰ 43 ਤੋਂ ਆਜ਼ਾਦ ਉਮੀਦਵਾਰ ਤੋਂ ਖੜੇ ਹੋਏ ਨੇ, ਤੇ ਅਸੀਂ ਪੂਰੀ ਸਾਰਿਆਂ ਨੂੰ ਬੇਨਤੀ ਕਰਦੇ ਵੀ ਸਾਨੂੰ ਸਪੋਰਟ ਕੀਤੀ ਜਾਵੇ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਰਜਿੰਦਰ ਕੌਰ ਪਾਇਲ ਜੀ ਨੂੰ ਜਿਤਾਇਆ ਜਾਵੇ। ਤੇ ਅਸੀਂ ਸਾਰਿਆਂ ਨੂੰ ਉਮੀਦ ਕਰਦੇ ਹਾਂ ਵੀ ਅਸੀਂ ਪੂਰੀ ਦੱਬ ਕੇ ਸਪੋਰਟ ਕਰਾਂਗੇ, ਤੇ ਪੂਰਾ ਜਿਵੇਂ ਕਿ ਅਸੀਂ ਪੂਰਾ ਕਰਾਂਗੇ, ਜਿਵੇਂ ਕਿ ਅਸੀਂ ਪੂਰੀ ਲੋਕਾਂ ਦੀ ਉਮੀਦਾਂ ਦੇ ਖੜੇ ਉਤਰੀਏ। ਸਤਿ ਸ਼੍ਰੀ ਅਕਾਲ। ਤੇ ਰਜਿੰਦਰ ਗੁੱਡੂ ਨੇ ਜਿਹੜੇ ਅੱਜ ਤੱਕ 35-40 ਸਾਲ ਰਾਜਨੀਤੀ 'ਚ ਕੀਤੇ ਸੀ, ਤੇ ਅੱਜ ਅਸੀਂ ਜਿਹੜੇ ਲੋਕਾਂ ਕੋਲ ਜਾ ਰਹੇ ਹਾਂ, ਉਹਨਾਂ ਦੇ ਕੀਤਾ ਕੰਮਾਂ ਦਾ ਲੋਕਾਂ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ, ਬੜਾ ਉਤਸ਼ਾਹ ਹੈ। ਅਸੀਂ ਰਜਿੰਦਰ ਗੁੱਡੂ ਦੇ ਜਿਹੜੇ ਕੰਮ ਹੈ, ਜਿਹੜੀ ਸੋਚ ਹੈ, ਉਸ ਨੂੰ ਅੱਗੇ ਵਧਾ ਦਿੱਤੇ ਜਾ ਰਹੇ ਹਾਂ ਲੋਕਾਂ 'ਚ, ਤੇ ਲੋਕ ਬੜੇ ਨਾਲ ਨੇ। ਤੇ ਸਾਡੇ ਰਜਿੰਦਰ ਕੌਰ ਪਾਇਲ ਹੈ ਜਿਹੜੀ ਆਜ਼ਾਦ ਉਮੀਦਵਾਰ ਖੜੀ ਹੈ, ਤੇ ਉਹ ਅੱਜ ਡੋਰ ਟੂ ਡੋਰ ਜਾ ਰਹੇ ਹੈ। ਜਿਸ ਤਰ੍ਹਾਂ ਅਸੀਂ ਲੋਕਾਂ ਨੂੰ ਜਾਣਦੇ ਹਾਂ, ਲੋਕ ਆਪ ਬਾਹਰ ਨਿਕਲ ਕੇ ਆ ਰਹੇ ਨੇ ਉਤਸ਼ਾਹ ਹੋ ਕੇ, ਕਹਿੰਦੇ ਯਾਰ ਤੁਸੀਂ ਬਹੁਤ ਚੰਗਾ ਕੀਤਾ, ਤੇ ਤੁਹਾਨੂੰ ਚਾਹੀਦਾ ਸੀ ਕਿ ਉਹਨਾਂ ਨੇ ਜਿਹੜੇ ਲੋਕਾਂ ਦੇ ਕੰਮ ਕੀਤੇ ਨੇ, ਲੋਕਾਂ ਦੇ ਨਾਲ ਖੜੇ, ਦੁੱਖ ਸੁੱਖ 'ਚ ਭੁੱਖੇ ਪਿਆਸੇ ਹੋ ਕੇ ਬਗੈਰ ਰੋਟੀ ਖਾਦੇ ਹਮੇਸ਼ਾ 24 ਘੰਟੇ ਤੱਕ ਉਹ ਲੋਕਾਂ ਦੇ ਨਾਲ ਰਹਿੰਦੇ ਸੀ। ਤੇ ਅਸੀਂ ਕਰਕੇ ਅਸੀਂ ਸਾਰੇ ਮਹੱਲੇ ਨਿਵਾਸੀਆਂ ਨੂੰ ਬੇਨਤੀ ਵੀ ਹੈ ਕਿ ਉਹਨਾਂ ਦੇ ਸੋਚ ਤੇ ਪਹਿਰਾ ਦਿੰਦੇ ਹੋਏ ਰਜਿੰਦਰ ਕੌਰ ਪਾਇਲ ਜਿਹੜੀ ਆਜ਼ਾਦ ਤੌਰ ਤੇ ਖੜੀ ਹੈ, ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦਿਓ, ਵੋਟਾਂ ਪਾਓ। ਇਹੀ ਰਜਿੰਦਰ ਗੁੱਡੂ ਦੀ ਸੱਚੀ ਸ਼ਰਧਾਂਜਲੀ ਹੋਊਗੀ ਜੇ ਲੋਕ ਉਹਨਾਂ ਦੇ ਨਾਲ ਖੜਨਗੇ। ਮੈਂ ਤਾਂ ਇਹ ਕਹਿਣਾ ਚਾਹੂੰਗਾ ਜੀ, ਦੇਖੋ ਜੀ ਸਾਡੇ ਵੱਲੋਂ ਪੂਰੀ ਸਪੋਰਟ ਹੈ, ਠੀਕ ਹੈ। ਲੋਕ ਸਾਨੂੰ ਬਸ ਇੱਕ ਮੌਕਾ ਚਾਹੀਦਾ ਜੀ, ਠੀਕ ਹੈ। ਬੰਦਾ ਮੌਕੇ ਦਾ ਭੁੱਖਾ ਹੁੰਦਾ, ਸਾਨੂੰ ਇੱਕ ਮੌਕਾ ਚਾਹੀਦਾ, ਮੌਕੇ ਤੇ ਪੂਰੇ ਖਰੇ ਉਤਰਾਂਗੇ, ਜਮਾ ਪਿੱਠ ਨਹੀਂ ਲੱਗਣ ਦਿੰਦੇ ਜੀ। ਹਾਂਜੀ, ਮੇਰਾ ਨੇਮ ਹੈ ਜੀ ਐਸ਼ਵਰਿਆ ਪ੍ਰੀਤ। ਮੈਂ ਸ਼੍ਰੀ ਰਜਿੰਦਰ ਗੁੱਡੂ ਜੀ ਦੀ ਉਹਨਾਂ ਦੀ ਬੇਟੀ ਹਾਂ ਜੀ, ਤੇ ਮੇਰੇ ਮੰਮੀ ਹੀ ਨੇ ਰਜਿੰਦਰ ਕੌਰ ਪਾਇਲ ਜੀ, ਜੋ ਆਪਣੇ ਇਸ ਵੋਟਾਂ ਤੇ ਖੜੇ ਹੋਏ ਨੇ। ਤੇ ਅਸੀਂ ਪੂਰਾ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੁੰਦੇ ਹਾਂ ਕਿ ਜੋ ਅਸੀਂ ਇਹ ਜੰਗ ਦੇ ਮੈਦਾਨ 'ਚ ਉਤਰੇ ਹੈ, ਵੀ ਤੁਸੀਂ ਸਾਨੂੰ ਸਾਰੇ ਆਪਣੀ ਵੱਧ ਤੋਂ ਵੱਧ ਸਪੋਰਟ ਦਿਓ, ਕਿਉਂਕਿ ਮੇਰੇ ਪਿਤਾ ਸ਼੍ਰੀ ਰਜਿੰਦਰ ਗੁੱਡੂ ਜੀ ਨੇ ਆਪਣੀ ਸਾਰੀ ਜ਼ਿੰਦਗੀ ਜੋ ਸਟਰਗਲ ਕੀਤੀ, ਉਹ ਅਸੀਂ ਬਚਪਨ ਤੋਂ ਹੀ ਦੇਖਦੇ ਆਏ। ਅਸੀਂ ਲੋਕਾਂ ਤੋਂ ਚਾਹੁੰਦੇ ਹਾਂ ਵੀ ਸਾਨੂੰ ਵੀ ਇੱਕ ਮੌਕਾ ਦਿੱਤਾ ਜਾਵੇ, ਕਿਉਂਕਿ ਜਿਵੇਂ ਅੱਜ ਕੱਲ੍ਹ ਦੀਆਂ ਪਾਰਟੀਆਂ ਦਾ ਹਾਲ ਹੈ, ਉਹ ਸਭ ਨੂੰ ਦਿਖ ਹੀ ਰਿਹਾ ਵੀ ਕੀ ਹੋ ਰਿਹਾ ਕੀ ਨਹੀਂ। ਇਸ ਲਈ ਮੈਂ ਸਾਰੇ ਲੋਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦੀ ਹਾਂ ਵੀ ਤੁਸੀਂ ਇੱਕ ਆਮ ਇਨਸਾਨ ਨੂੰ, ਇੱਕ ਸੱਚੇ, ਇੱਕ ਸੰਘਰਸ਼ੀ ਪਰਿਵਾਰ ਨੂੰ ਆਪਣਾ ਇੱਕ ਮੌਕਾ ਦਿਓ, ਤਾਂ ਜੋ ਅਸੀਂ ਇਸ ਦੁਨੀਆ 'ਚ ਦਿਖਾ ਪਾਈਏ ਕਿ
ਇੱਕ ਇਮਾਨਦਾਰ ਆਦਮੀ ਦਾ ਕੰਮ ਕਿਸ ਤਰ੍ਹਾਂ ਦਾ ਹੁੰਦਾ ਹੈ। ਬਸ ਮੈਂ ਇਹੀ ਰਿਕੁਐਸਟ ਕਰਨਾ ਚਾਹੁੰਦੀ ਹਾਂ ਮੇਰੇ ਮਾਤਾ ਜੀ ਰਜਿੰਦਰ ਕੌਰ ਪਾਇਲ, ਜਿਨ੍ਹਾਂ ਨੇ ਆਪਣੀ ਸਿੱਖਿਆ ਦੇ ਖੇਤਰ 'ਚ ਵੀ 30 ਸਾਲ ਤੋਂ ਜਿਨ੍ਹਾਂ ਨੇ ਸਕੂਲ ਚਲਾਇਆ, ਇੱਕ ਵਿਦਿਆਰਥੀ ਨੂੰ ਅੱਛੀ ਸਿੱਖਿਆਵਾਂ ਦਿੱਤੀਆਂ, ਤੇ ਮੇਰੇ ਪਿਤਾ ਜੀ ਜਿਨ੍ਹਾਂ ਨੇ ਲੋਕਾਂ ਦੇ, ਗਰੀਬ ਲੋਕਾਂ ਦੇ, ਪਿਛੜੇ ਹੋਏ ਲੋਕਾਂ ਦੇ ਤੇ ਸਾਰਿਆਂ ਦੇ ਇੰਨੇ ਕੰਮ ਕਰਵਾਏ, ਉਹਨਾਂ ਦੇ ਹਮੇਸ਼ਾ ਭਲੇ ਲਈ ਨਾਲ ਖੜੇ ਰਹੇ। ਬਸ ਮੇਰੀ ਇੱਕੋ ਹੀ ਰਿਕੁਐਸਟ ਹੈ ਵੀ ਅਸੀਂ ਸਾਰਿਆਂ ਤੋਂ ਇਹ ਚਾਹੁੰਦੇ ਹਾਂ ਵੀ ਇੱਕ ਵੋਟ ਸੱਚਾਈ ਦੇ ਨਾਮ, ਬਸ ਸਾਰਿਆਂ ਨੂੰ ਰਿਕੁਐਸਟ ਹੈ ਕਿ ਇੱਕ ਵੋਟ ਸੱਚਾਈ ਦੇ ਨਾਮ ਦੇ ਕੇ ਦੇਖੋ, ਤੇ ਅਸੀਂ ਆਪਣੇ ਕਹੇ ਹੋਏ ਵਾਅਦਿਆਂ ਤੇ ਆਪਣੀ ਹਰੇਕ ਗੱਲਾਂ ਤੇ ਪੂਰੇ ਉਤਰਾਂਗੇ, ਜੋ ਕਿ ਹਮੇਸ਼ਾ ਪਰਿਵਾਰ ਦਾ ਇੱਕ ਮੈਂਬਰ, ਜਿਵੇਂ ਮੇਰੇ ਪਿਤਾ ਜੀ ਰਾਜਨੀਤੀ 'ਚ ਸੀ, ਉਹਨਾਂ ਨੇ ਆਪਣੀਆਂ ਸੇਵਾਵਾਂ ਲੋਕਾਂ ਲਈ ਜੋ ਵੀ ਹਮੇਸ਼ਾ ਹਾਜ਼ਰ ਰਹੇ, ਤਾਂ ਉਹ ਇਨਸਾਨ ਇਕੱਲਾ ਕਦੀ ਨਹੀਂ ਕੰਮ ਕਰਦਾ, ਉਹਦੇ ਨਾਲ ਪੂਰਾ ਪਰਿਵਾਰ ਉਹਨਾਂ ਦਾ ਕੰਮ ਕਰਦਾ। ਸਾਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਮੇਰੇ ਪਾਪਾ ਕੋਈ ਵੀ ਪ੍ਰੋਗਰਾਮ ਹੁੰਦਾ ਸੀ, ਜਦੋਂ ਦਿੱਲੀ ਜਾਂਦੇ ਸੀਗੇ, ਜਦੋਂ ਧਰਨਿਆਂ ਤੇ ਬਹਿੰਦੇ ਸੀ ਆਪਣੀ ਪਾਰਟੀ ਲਈ, ਤਾਂ ਉਹ ਰਾਤਾਂ ਨੂੰ ਜਾਗ ਕੇ ਮੇਰੀ ਮੰਮੀ ਸਾਨੂੰ ਰਾਤਾਂ ਨੂੰ ਬਚਪਨ ਤੋਂ ਹੀ ਕਿਵੇਂ ਸਮਝਾਉਂਦੇ ਹੁੰਦੇ ਸੀ ਵੀ ਨਹੀਂ, ਆਪਾਂ ਇੱਕ ਸਟਰੋਂਗ ਆਦਮੀ ਦੇ ਬੱਚੇ ਆ ਤੇ ਉਹਨਾਂ ਦੀ ਘਰ ਵਾਲੀ ਆ, ਤੇ ਵੀ ਆਪਾਂ ਕਿਵੇਂ ਉਹ ਕਰਨਾ। ਤੇ ਉਹਨਾਂ ਨਾਲ ਹਮੇਸ਼ਾ ਪਾਪਾ ਮੀਟਿੰਗਾਂ ਅਰੇਂਜ ਕਰਦੇ ਸੀਗੇ, ਸਭ ਪ੍ਰੋਗਰਾਮ ਹੁੰਦੇ ਸੀ, ਤੇ ਪਿੱਛੋਂ ਦਰੀਆਂ ਚੱਕਣ ਵਾਲੇ ਅਸੀਂ ਹੁੰਦੇ ਸੀਗੇ, ਤੇ ਸਾਰਾ ਪ੍ਰੋਗਰਾਮ ਅਰੇਂਜ ਕਰਨ ਵਾਲੇ ਸਾਡਾ ਸਾਰਾ ਪਰਿਵਾਰ ਨਾਲ ਖੜਦਾ ਸੀ। ਮੇਰੇ ਚਾਚਾ ਜੀ ਪਵਨਪ੍ਰੀਤ ਪੋਣੀ ਜੀ ਤੇ ਮੇਰੇ ਦੂਸਰੇ ਚਾਚਾ ਰਵਿੰਦਰ ਰੰਮੀ ਜੀ, ਇੱਕ ਅਨਿਲ ਕਾਲਾ ਜੀ, ਸਭ ਨੇ ਸਾਡੀ ਪੂਰੇ ਪਰਿਵਾਰ ਦਾ ਪੂਰਾ ਸਹਿਯੋਗ ਹੈ, ਤੇ ਮੀਟਿੰਗਾਂ ਕਰਾਉਣੀਆਂ, ਉਹਨਾਂ ਸਾਰੀਆਂ ਮੀਟਿੰਗਾਂ ਨੂੰ ਅਟੈਂਡ ਕਰਨਾ, ਸਭ ਕੁਝ ਕਰਨਾ, ਇਹ ਪੂਰਾ ਪਰਿਵਾਰ ਮਿਲ ਕੇ ਕਰਦਾ ਸੀਗਾ। ਤੇ ਜੋ ਬੱਚੇ ਇਹ 30 ਸਾਲ ਤੋਂ ਇੱਥੇ ਸਕੂਲ ਚੱਲਿਆ, ਤੇ ਉਹ ਜੋ ਬੱਚਿਆਂ ਨੂੰ ਅਸੀਂ ਪੜ੍ਹਾਇਆ, ਜਾਂ ਜੋ ਵੀ ਬੱਚੇ ਮੰਮੀ ਇੱਕ ਪ੍ਰਿੰਸੀਪਲ ਦੇ ਰੂਪ ਵਿੱਚ ਹੀ, ਕਿਉਂਕਿ ਜ਼ਿਆਦੀ ਨੌਲੇਜ ਬੱਚਿਆਂ ਨੂੰ ਦਿੰਦੇ ਸੀਗੇ, ਉਹੀ ਸਭ ਇਹਨਾਂ ਦਾ ਮੇਨ ਵਰਕ ਹੁੰਦਾ ਸੀਗਾ। ਇਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਵਾਰਡ 'ਚ ਪਾਪਾ ਦੇ ਨਾਲ ਰਾਜਨੀਤੀ 'ਚ ਸਾਰਾ ਟਾਈਮ ਰਹੇ ਨੇ, ਉਦੋਂ ਵੀ ਕਾਫੀ ਟਾਈਮ ਪਹਿਲਾਂ ਵੀ ਇਲੈਕਸ਼ਨਾਂ 'ਚ ਖੜੇ ਹੋਏ ਸੀ, ਪਾਪਾ ਦੇ ਨਾਲ ਮਿਲ ਕੇ ਹੀ ਹੱਥ ਨਾਲ ਹੱਥ ਮਿਲਾ ਕੇ, ਮੇਰੀ ਮੰਮੀ ਦਾ ਵੀ ਪੂਰਾ ਸਹਿਯੋਗ ਸੀ ਵੀ ਇਹ ਨਾਲ ਮਿਲ ਕੇ ਹਮੇਸ਼ਾ ਕੰਮ ਕਰਦੇ ਰਹੇ ਆ ਜੀ। ਠੀਕ ਹੈ, ਤੁਸੀਂ ਡੈਡੀ ਦਾ ਵੀ ਪੂਰਾ ਸਹਿਯੋਗ ਦਿੱਤਾ ਹੈ ਤੇ ਮੰਮੀ ਦਾ ਪੂਰਾ ਸਹਿਯੋਗ ਦੇ ਰਹੇ ਹੋ? ਹਾਂਜੀ ਪੂਰਾ ਜੀ, ਸਾਨੂੰ ਪੂਰੀ ਉਮੀਦ ਹੈ ਇਹ ਲੋਕ ਵੀ ਸਾਡੀ ਗੱਲ ਸਮਝਣਗੇ ਤੇ ਸਾਡਾ ਸਾਥ ਦੇਣਗੇ, ਤੇ ਸਾਨੂੰ ਇੱਕ ਮੌਕਾ ਇਹ ਦੇਣਗੇ। ਅਸੀਂ ਬਸ ਇਹੀ ਚਾਹੁੰਦੇ ਹਾਂ ਵੀ ਸਾਨੂੰ ਸਿਰਫ ਸਾਡਾ ਇਹ ਇੱਕ ਮੌਕਾ ਦਿੱਤਾ ਜਾਏ, ਸਾਨੂੰ ਪਰਚਾਇਆ ਜਾਏ। ਅਗਰ ਅਸੀਂ ਆਪਣੇ ਨਹੀਂ ਇਹਨਾਂ ਗੱਲਾਂ ਤੇ ਪੂਰੇ ਉਤਰਦੇ ਤਾਂ ਸਾਨੂੰ ਕਿਹਾ ਜਾਏ, ਜਿਵੇਂ ਮੇਰੇ ਪਿਤਾ ਜੀ ਕਦੀ ਕਿਸੇ ਤੋਂ ਪਿੱਛੇ ਨਹੀਂ ਹਟੇ ਕਿਸੇ ਵੀ ਕੰਮ ਤੋਂ, ਉਵੇਂ ਅਸੀਂ ਯਕੀਨ ਦਿਵਾਉਂਦੇ ਹਾਂ ਵੀ ਅਸੀਂ ਉਹੀ ਪਿਤਾ ਦੇ ਬੱਚੇ ਆ, ਤੇ ਉਹੀ ਸਾਡੇ ਪਿਤਾ ਜੀ ਦੀ ਵਾਈਫ ਨੇ। ਅਸੀਂ ਵੀ ਲੋਕਾਂ ਦਾ ਪੂਰਾ ਤੋਂ ਪੂਰਾ ਸਹਿਯੋਗ ਭਾਲਦੇ ਆ, ਤੇ ਲੋਕ ਵੀ ਸਾਡਾ ਸਹਿਯੋਗ ਦੇਣ ਤਾਂ ਕਿ ਅਸੀਂ ਆਪਣੇ ਕੰਮ ਪੂਰੇ ਤੋਂ ਪੂਰੇ ਵਧੀਆ ਤਰੀਕੇ ਨਾਲ ਕਰ ਸਕੀਏ ਜੀ। सो थैंक यू बेटा। बिल्कुल बोलना चाहूँगी मैं तो बस ये दिल से यही दुआ मेरी निकलती है कि हाँ भी मौका दीदी को मिलना चाहिए। ये मैडम कैसे लगते हैं आपको? बहुत अच्छे लगते हैं, इनके बारे में तो कहने की जरूरत ही नहीं ना, ये बात तो मैं बोलती अच्छी नहीं लगती भी आप भी नहीं अच्छा। भी कैसे लगते हैं, ठीक है, ये तो बस कहने की बात ही नहीं है। बस ਮੈਂ ਸਭ ਨੂੰ ਅਪੀਲ ਕਰਨਾ ਚਾਹੂੰਗੀ ਕਿ ਰਜਿੰਦਰ ਕੌਰ ਪਾਇਲ ਜੀ ਨੂੰ ਵੋਟ ਕੀਤੀ ਜਾਵੇ। ਜਿਵੇਂ ਕਿ ਅੰਕਲ ਜੀ ਨੇ ਹਰੇਕ ਦਾ ਬਹੁਤ ਸਹਿਯੋਗ ਕੀਤਾ ਹੈ, ਜਦੋਂ ਵੀ ਕਿਸੇ ਨੂੰ ਜਿੰਨੀ ਵੀ ਲੋੜ ਹੋਈ ਹੈ ਅੰਕਲ ਨੇ ਅੱਗੇ ਹੋ ਕੇ ਸਭ ਦੀ ਹੈਲਪ ਕੀਤੀ ਹੈ। ਉਵੇਂ ਹੀ ਇੱਕ ਮੌਕਾ ਆਂਟੀ ਜੀ ਨੂੰ, ਰਜਿੰਦਰ ਕੌਰ ਪਾਇਲ ਜੀ ਨੂੰ ਦਿੱਤਾ ਜਾਵੇ ਤਾਂ ਕਿ ਉਹ ਤੁਹਾਡੀ ਮਦਦ ਕਰ ਸਕਣ। ਅੱਜ ਸਾਡੇ ਸਾਰੇ ਹੀ ਯਾਰਾਂ ਦੋਸਤਾਂ ਮਿੱਤਰਾਂ ਦੇ ਸਹਿਯੋਗ ਦੇ ਨਾਲ ਅਸੀਂ ਡੋਰ ਟੂ ਡੋਰ ਕੰਪੇਨ ਕਰਕੇ ਆਏ ਹਾਂ। ਬੜਾ ਹੀ ਭਰਵਾ ਹੁੰਗਾਰਾ ਰਿਹਾ। ਉਹ ਇਸ ਕਰਕੇ ਜਿਸ ਤਰ੍ਹਾਂ ਸਾਡੇ ਹੋਰ ਸਾਥੀਆਂ ਨੇ ਦੱਸਿਆ ਕਿ ਸਾਡਾ ਇੱਕ ਮਾਟੋ ਵੀ ਹੈ ਕਿ ਲੋਕ ਸੇਵਾ ਹੀ ਸਾਡਾ ਧਰਮ। ਪਿਛਲੇ 35-40 ਸਾਲ ਤੋਂ ਸਾਡਾ ਪਰਿਵਾਰ ਲੋਕਾਂ ਦੀ ਸੇਵਾ ਕਰ ਰਿਹਾ ਹੈ। ਸਾਡੇ ਦਾਦਾ ਜੀ, ਉਸ ਤੋਂ ਬਾਅਦ ਸਾਡੇ ਪਿਤਾ ਜੀ ਕਾਮਰੇਡ ਸੁਖਲਾਲ, ਉਹਨਾਂ ਨੇ ਬਹੁਤ ਸਟਰਗਲ ਕੀਤਾ, ਰੇਲਵੇ ਦੀਆਂ ਸਮੱਸਿਆਵਾਂ ਨੂੰ ਪਾਰਲੀਮੈਂਟ ਤੱਕ ਲੈ ਕੇ ਗਏ। ਉਸ ਤੋਂ ਬਾਅਦ ਸ਼੍ਰੀ ਰਜਿੰਦਰ ਗੁੱਡੂ ਜੀ, ਉਹਨਾਂ ਨੇ ਵੀ ਕਾਫੀ ਸਮਾਂ ਪਾਰਟੀ ਨਾਲ ਤਨ ਮਨ ਧਨ ਦੇ ਨਾਲ ਉਹ ਸੇਵਾ ਕਰਦੇ ਰਹੇ, ਤੇ ਜੇ ਮੈਂ ਕਹਾਂ ਇੱਕ ਸੱਚੇ ਸਾਫ ਸੁਥਰੇ ਨੇਕ ਇਨਸਾਨ ਤੇ ਇੱਕ ਲੀਡਰ ਰਹੇ ਨੇ। ਤੇ ਅੱਜ ਵੀ ਉਹਨਾਂ ਦਾ ਜਿਹੜਾ ਕੰਮ ਹੈ ਉਹ ਬੋਲ ਰਿਹਾ ਕਿ ਅੱਜ ਜਦੋਂ ਅਸੀਂ ਡੋਰ ਟੂ ਡੋਰ ਕੰਪੇਨ ਕਰਨ ਵਾਸਤੇ ਨਿਕਲੇ ਹਾਂ ਕਿ ਲੋਕਾਂ ਦਾ ਭਰਪੂਰ ਸਾਥ ਮਿਲਿਆ, ਤੇ ਮੈਂ ਉਮੀਦ ਵੀ ਕਰਦਾ ਹਾਂ ਕਿ ਜਿਹੜਾ ਇਹ ਲੋਕਾਂ ਦਾ ਸਾਥ ਹੈ ਉਹ ਇਸੇ ਤਰ੍ਹਾਂ ਬਣਿਆ ਰਹੇ। ਅੱਜ ਸਾਡਾ ਭਾਰਤੀ ਵਾਲਮੀਕ ਧਰਮ ਸਮਾਜ ਤੇ ਅਕਾਲੀ ਦਲ ਯੂਥ ਦੇ ਬਹੁਤ ਸਾਰੇ ਆਗੂ ਤੇ ਹੋਰ ਵੀ ਜਿਹੜੇ ਸੰਗਠਨ ਨੇ ਉਹ ਸਾਡਾ ਪੂਰਾ ਸਾਥ ਦੇ ਰਹੇ ਨੇ। ਉਹ ਇਸੇ ਕਰਕੇ ਕਿ ਸਾਡਾ ਪੂਰਾ ਪਰਿਵਾਰ ਹੈ ਉਹ ਲਗਾਤਾਰ 35-40 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈ। ਸੋ ਮੈਂ ਇੱਕ ਵਾਰ ਫਿਰ ਤੋਂ ਜਿਹੜੇ ਵੀ ਸਾਡੇ ਵਾਰਡ ਨੰਬਰ 43 ਦੇ ਜਿੰਨੇ ਵੀ ਭੈਣ ਭਰਾ ਬੱਚੇ ਬਜ਼ੁਰਗ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੀ 14 ਤਰੀਕ ਨੂੰ ਜਿਹੜੀ ਆਪਣੀ ਇੱਕ ਵੋਟ ਸੱਚਾਈ ਦੇ ਨਾਮ ਜ਼ਰੂਰ ਪਾਇਓ। ਬਹੁਤ ਬਹੁਤ रजिंदर कौर जी पायल जो कि 43 नंबर वार्ड तो आज़ाद उम्मीदवार। सो दोस्तों देखना ना भूलना, याद रखना हमेशा चौहान टीवी चैनल जिन्हें
ਜਿਨ੍ਹਾਂ ਦੇ ਵਿਚਾਰ ਮੈਡਮ ਜੀ ਜੋ ਵੀ ਹੋਏ ਨੇ, ਜਿਸ ਤਰ੍ਹਾਂ ਕਿ ਤੁਸੀਂ ਵੱਧ ਤੋਂ ਵੱਧ ਇਹਨੂੰ ਕਮੈਂਟ ਦੇਣਾ, ਵਿਊ ਦੇਣੇ ਹੈ, ਦੱਸਣਾ ਕਿਸ ਤਰ੍ਹਾਂ ਦੇ ਇਹਨਾਂ ਦੇ ਵਿਚਾਰ ਸਨ। ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ। ਸੋ ਮੈਂ ਜਸ਼ਨਜੀਤ ਬਠਿੰਡਾ, ਥੈਂਕ ਯੂ।